प्यारे विद्यार्थियों, ਆਪਾਂ कर रहे हैं पास्ट टेंस ਤੇ ਪਾਸਟ ਟੈਂਸ ਦੀ ਪਹਿਲੀ ਕਿਸਮ ਕਰ ਰਹੇ ਹਾਂ ਪਾਸਟ ਇੰਡੈਫੀਨਿਟ ਟੈਂਸ, ਅਨਿਸ਼ਚਿਤ ਭੂਤਕਾਲ। ਪਾਸਟ ਇੰਡੈਫੀਨਿਟ ਟੈਂਸ ਭਾਵ ਅਨਿਸ਼ਚਿਤ ਭੂਤਕਾਲ ਦੀ ਪਹਿਚਾਣ ਕੀ ਹੈ? ਵਾਕ ਦੇ ਅੰਤ ਵਿੱਚ ਆ, ਏ, ਈ ਆਦਿ ਸ਼ਬਦ ਲੱਗੇ ਹੁੰਦੇ ਹਨ ਜਾਂ ਇਹਨਾਂ ਦੀ ਆਵਾਜ਼ ਆਉਂਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਮੈਚ ਜਿੱਤ ਲਿਆ, ਮੈਂ ਸਮੇਂ 'ਤੇ ਸਕੂਲ ਪੁੱਜਾ। ਆਪਾਂ ਪਾਸਟ ਇੰਡੈਫੀਨਿਟ ਟੈਂਸ ਵਿੱਚ ਵਾਕ ਦੀਆਂ ਦੋ ਕਿਸਮਾਂ ਕਰ ਚੁੱਕੇ ਹਾਂ, ਅਫਰਮੇਟਿਵ ਸੈਂਟੈਂਸਿਸ ਅਤੇ ਨੈਗੇਟਿਵ ਸੈਂਟੈਂਸਿਸ। ਇੱਕ ਵਾਰ ਫਿਰ ਇਹਨਾਂ ਦੇ ਰੂਲ ਮੈਂ ਦੁਹਰਾ ਦਿਆਂ। ਅਫਰਮੇਟਿਵ ਸੈਂਟੈਂਸਿਸ ਦੇ ਜੋ ਰੂਲ ਹਨ, ਸਭ ਤੋਂ ਪਹਿਲੇ ਸਬਜੈਕਟ ਪਲੱਸ V2 ਪਲੱਸ ਆਬਜੈਕਟ ਪਲੱਸ ਫੁੱਲ ਸਟਾਪ। ਨੈਗੇਟਿਵ ਵਾਕ ਬਣਾਉਣ ਦੇ ਜੋ ਰੂਲਸ ਹਨ, ਸਭ ਤੋਂ ਪਹਿਲੇ ਸਬਜੈਕਟ ਪਲੱਸ ਡਿਡ ਪਲੱਸ ਨਾਟ ਪਲੱਸ V1 ਪਲੱਸ ਆਬਜੈਕਟ ਪਲੱਸ ਫੁੱਲ ਸਟਾਪ। ਹੁਣ ਆਪਾਂ ਕਰਨ ਜਾ ਰਹੇ ਹਾਂ ਪਾਸਟ ਇੰਡੈਫੀਨਿਟ ਟੈਂਸ ਵਿੱਚ ਵਾਕ ਦੀਆਂ ਅਗਲੀਆਂ ਕਿਸਮਾਂ ਇੰਟੈਰੋਗੇਟਿਵ ਸੈਂਟੈਂਸਿਸ, ਪ੍ਰਸ਼ਨਵਾਚਕ ਵਾਕ, ਇੰਟੈਰੋਗੇਟਿਵ ਪਲੱਸ ਨੈਗੇਟਿਵ ਸੈਂਟੈਂਸਿਸ, ਪ੍ਰਸ਼ਨ ਪਲੱਸ ਨਾਵਾਚਕ ਵਾਕ ਅਤੇ W ਨਾਲ ਸ਼ੁਰੂ ਹੋਣ ਵਾਲੇ ਵਾਕ। ਇੰਟੈਰੋਗੇਟਿਵ ਸੈਂਟੈਂਸਿਸ, ਪ੍ਰਸ਼ਨਵਾਚਕ ਵਾਕ ਪਾਸਟ ਇੰਡੈਫੀਨਿਟ ਟੈਂਸ ਦੀ ਇਹ ਕਿਸਮ ਹੈ, ਤੀਸਰੀ ਵਾਕ ਦੀ ਤੀਸਰੀ ਕਿਸਮ ਹੈ ਇੰਟੈਰੋਗੇਟਿਵ ਸੈਂਟੈਂਸਿਸ, ਪ੍ਰਸ਼ਨਵਾਚਕ ਵਾਕ। ਤਾਂ ਪ੍ਰਸ਼ਨਵਾਚਕ ਵਾਕ ਕਿਸੇ ਵੀ ਟੈਂਸ ਦਾ ਹੋਵੇ, ਉਹਦੇ ਵਿੱਚ ਆਪਾਂ ਸਭ ਤੋਂ ਪਹਿਲੇ ਹੈਲਪਿੰਗ ਵਰਬ ਲਗਾਉਣਾ ਹੈ। ਇਸ ਪਾਸਟ ਇੰਡੈਫੀਨਿਟ ਟੈਂਸ ਵਿੱਚ ਜੋ ਹੈਲਪਿੰਗ ਵਰਬ ਹੈ ਉਹ ਡਿਡ ਸਭ ਤੋਂ ਪਹਿਲੇ ਆਏਗਾ, ਕਿਉਂਕਿ ਪ੍ਰਸ਼ਨ ਵਾਲੇ ਵਾਕ ਆਪਾਂ ਕਰ ਰਹੇ ਹਾਂ। ਡਿਡ ਤੋਂ ਬਾਅਦ ਆਏਗਾ ਸਬਜੈਕਟ, ਫਿਰ V1, ਫਿਰ ਆਬਜੈਕਟ ਅਤੇ ਅੰਤ ਵਿੱਚ ਲੱਗੇਗਾ ਕੁਐਸਚਨ ਮਾਰਕ। ਮੈਂ ਫਿਰ ਰੂਲ ਦੁਹਰਾ ਦਿਆਂ। ਸਭ ਤੋਂ ਪਹਿਲੇ ਡਿਡ ਪਲੱਸ ਸਬਜੈਕਟ ਪਲੱਸ V1 ਪਲੱਸ ਆਬਜੈਕਟ ਪਲੱਸ ਕੁਐਸਚਨ ਮਾਰਕ। ਇੰਟੈਰੋਗੇਟਿਵ ਸੈਂਟੈਂਸਿਸ ਦੀਆਂ ਕੁਛ ਆਪਾਂ ਉਦਾਹਰਨਾਂ ਲੈ ਲਈਏ। ਪਹਿਲਾ ਵਾਕ ਮੇਰੇ ਕੋਲ ਹੈ ਕਿ ਉਹ ਸਮੇਂ 'ਤੇ ਸਕੂਲ ਪੁੱਜਾ। ਵਾਕ ਚਾਹੇ ਪੰਜਾਬੀ ਵਿੱਚ ਹੋਵੇ ਅਤੇ ਚਾਹੇ ਇੰਗਲਿਸ਼ ਵਿੱਚ ਹੋਵੇ, ਆਪਾਂ ਨੇ ਤਿੰਨ ਚੀਜ਼ਾਂ ਨੂੰ ਤਾਂ ਬਹੁਤ ਧਿਆਨ ਵਿੱਚ ਰੱਖਣਾ ਹੈ। ਪਹਿਲਾ ਸਬਜੈਕਟ, ਦੂਸਰਾ ਆਬਜੈਕਟ ਅਤੇ ਤੀਸਰਾ ਵਰਬ। ਸਬਜੈਕਟ ਭਾਵ ਕੰਮ ਕਰਨ ਵਾਲਾ, ਕਰਤਾ ਵਾਕ ਦੇ ਵਿੱਚ ਕੌਣ ਹੈ? ਆਬਜੈਕਟ ਭਾਵ ਕਰਮ, ਕੰਮ ਕਿਹਦੇ ਉੱਤੇ ਹੋ ਰਿਹਾ ਹੈ। ਤੀਸਰਾ ਹੈ ਵਰਬ, ਵਰਬ ਦਾ ਅਰਥ ਹੈ ਕਿਰਿਆ ਜਾਂ ਕੰਮ, ਕਿ ਕੰਮ ਦੀ ਕਿਸਮ ਕੀ ਹੈ, ਉਹਦੀ ਇੰਗਲਿਸ਼ ਕੀ ਬਣੇਗੀ। ਕੀ ਉਹ ਸਮੇਂ 'ਤੇ ਸਕੂਲ ਪੁੱਜਾ? ਡਿਡ ਹੀ ਰੀਚ ਦ ਸਕੂਲ ਇਨ ਟਾਈਮ। ਇਸ ਵਾਕ ਦੇ ਅੰਦਰ ਡਿਡ ਕੀ ਹੈ? ਹੈਲਪਿੰਗ ਵਰਬ। ਹੀ ਕੀ ਹੈ? ਸਬਜੈਕਟ। ਰੀਚ ਕੀ ਹੈ? ਵਰਬ ਦੀ ਪਹਿਲੀ ਫਾਰਮ। ਦਾ ਸਕੂਲ ਕੀ ਹੈ? ਆਬਜੈਕਟ। ਇਸ ਤੋਂ ਬਾਅਦ ਜੋ ਸ਼ਬਦ ਬਚ ਜਾਂਦੇ ਹਨ ਉਹ ਆਬਜੈਕਟ ਤੋਂ ਬਾਅਦ ਲਗਾ ਕੇ ਆਪਾਂ ਨੇ ਵਾਕ ਬਣਾਉਣਾ ਹੈ। ਵਾਕ ਕਦੀ ਗਲਤ ਨਹੀਂ ਹੋਏਗਾ। ਪ੍ਰਸ਼ਨ ਵਾਲੇ ਵਾਕ ਵਿੱਚ ਅੰਤ ਦੇ ਪ੍ਰਸ਼ਨ ਚਿੰਨ੍ਹ ਲਗਾਉਣਾ ਹੈ। ਵਾਕ ਸਾਡਾ ਕੰਪਲੀਟ ਹੋ ਗਿਆ ਕਿ ਉਹ ਸਮੇਂ 'ਤੇ ਸਕੂਲ ਪੁੱਜਾ। ਡਿਡ ਹੀ ਰੀਚ ਦ ਸਕੂਲ ਇਨ ਟਾਈਮ। ਦੂਸਰਾ ਵਾਕ ਹੈ ਕਿ ਉਸਨੇ ਗਾਣਾ ਗਾਇਆ। ਇਸ ਵਾਕ ਦੇ ਅੰਦਰ ਜੋ ਸਬਜੈਕਟ ਹੈ ਉਹ ਹੈ ਉਹ, ਆਬਜੈਕਟ ਕੀ ਹੈ? ਗਾਣਾ, ਔਰ ਵਰਬ ਕੀ ਹੈ? ਗਾਉਣਾ। ਤਾਂ ਸਾਡੇ ਕੋਲ ਵਾਕ ਹੈ ਕਿ ਉਸਨੇ ਗਾਣਾ ਗਾਇਆ। ਡਿਡ ਹੀ ਸਿੰਗ ਏ ਸੌਂਗ। ਡਿਡ ਕੀ ਹੈ? ਹੈਲਪਿੰਗ ਵਰਬ। ਹੀ ਕੀ ਹੈ? ਸਬਜੈਕਟ। ਸਿੰਗ ਕੀ ਹੈ? ਵਰਬ ਦੀ ਪਹਿਲੀ ਫਾਰਮ। ਇਹ ਸੌਂਗ ਕੀ ਹੈ? ਆਬਜੈਕਟ। ਕਿ ਉਸਨੇ ਗਾਣਾ ਗਾਇਆ। ਡਿਡ ਹੀ ਸਿੰਗ ਏ ਸੌਂਗ। ਅਗਲਾ ਵਾਕ ਹੈ ਕਿ ਉਹ ਬਾਜ਼ਾਰ ਗਏ। ਡਿਡ ਦੇ ਗੋ ਟੂ ਦਾ ਮਾਰਕੀਟ। ਤਾਂ ਡਿਡ ਸਭ ਤੋਂ ਪਹਿਲੇ ਆਏਗਾ ਪ੍ਰਸ਼ਨ ਕਰਕੇ। ਦੇ ਕੀ ਹੈ? ਸਬਜੈਕਟ। ਗੋ ਹੈ ਵਰਬ ਦੀ ਪਹਿਲੀ ਫਾਰਮ। ਟੂ ਪ੍ਰੈਪੋਜੀਸ਼ਨ ਲੱਗੇਗੀ ਇੱਥੇ। ਦਾ ਮਾਰਕੀਟ ਕੀ ਹੈ? ਆਬਜੈਕਟ। ਅੰਤ 'ਤੇ ਕੁਐਸਚਨ ਮਾਰਕ। ਡਿਡ ਦੇ ਗੋ ਟੂ ਦਾ ਮਾਰਕੀਟ। ਹੁਣ ਨੋਟ ਵੀ ਬਹੁਤ ਧਿਆਨ ਰੱਖਣਾ ਹੈ, ਕੋਈ ਮੁਸ਼ਕਿਲ ਨਹੀਂ ਹੈ। ਹੈਲਪਿੰਗ ਵਰਬ ਇੱਥੇ ਇਸ ਟੈਂਸ ਦੇ ਅੰਦਰ, ਪਾਸਟ ਇੰਡੈਫੀਨਿਟ ਟੈਂਸ ਦੇ ਅੰਦਰ ਡਿਡ ਲੱਗੇਗਾ, ਔਰ ਇਹ ਕਿਉਂਕਿ ਪ੍ਰਸ਼ਨ ਵਾਲਾ ਵਾਕ ਹੈ ਇਸ ਲਈ ਡਿਡ ਜੋ ਹੈ ਸਭ ਤੋਂ ਪਹਿਲੇ ਲਗਾਉਣਾ ਹੈ। ਅਤੇ ਜਦੋਂ ਆਪਾਂ ਡਿਡ ਦਾ ਇਸਤੇਮਾਲ ਕਰਨਾ ਹੈ ਤਾਂ ਡਿਡ ਨਾਲ ਸਦਾ ਵਰਬ ਦੀ ਪਹਿਲੀ ਫਾਰਮ ਲਗਾਉਣੀ ਹੈ। ਵਾਕ ਦੀ ਅਗਲੀ ਕਿਸਮ ਹੈ ਸਾਡੇ ਕੋਲ ਇੰਟੈਰੋਗੇਟਿਵ ਪਲੱਸ ਨੈਗੇਟਿਵ ਸੈਂਟੈਂਸਿਸ, ਪ੍ਰਸ਼ਨ ਪਲੱਸ ਨਾਵਾਚਕ ਵਾਕ। ਇਹਦੇ ਰੂਲਸ ਕੀ ਨੇ? ਸਭ ਤੋਂ ਪਹਿਲੇ ਡਿਡ ਪਲੱਸ ਸਬਜੈਕਟ
प्लस नॉट प्लस V1 प्लस ऑब्जेक्ट प्लस क्वेश्चन मार्क। क्योंकि प्रश्न वाला भी है, नामवाचक भी वाक है, प्रश्न वाला होने करके हेल्पिंग वर्ब सब तो पहले आएगा और नामवाचक होने करके सब्जेक्ट तो बाद डिड आएगा। इंटैरोगेटिव प्लस नैगेटिव सेंटेंसिस, प्रश्न प्लस नामवाचक वाਕਾਂ ਦੀਆਂ ਕੁਝ ਉਦਾਹਰਨਾਂ ਆਪਾਂ ਲੈ ਲਈਏ कि उसने ਤੁਹਾਡੀ स्लेट नहीं तोड़ी, ਤਾਂ ਪ੍ਰਸ਼ਨ ਵੀ ਹੈ ਨਾਮਵਾਚਕ ਵੀ ਹੈ। ਤਾਂ ਸਾਡੇ ਕੋਲ ਵਾਕ ਕੀ ਬਣੇਗਾ, ਡਿਡ ਹੀ ਨਾਟ ਬ੍ਰੇਕ ਯੂਅਰ ਸਲੇਟ, ਤਾਂ ਡਿਡ ਐਜ਼ ए ਹੈਲਪਿੰਗ ਵਰਬ ਪਹਿਲੇ ਆ ਗਿਆ, ਹੀ ਕੀ ਹੈ ਸਬਜੈਕਟ प्लस नाट प्लस ब्रेक P1 प्लस यूअर स्लेट ऑब्जेक्ट, वाक बन गया डिड ही नाट ब्रेक यूअर स्लेट क्वेश्चन मार्क। ਕੀ ਤੁਸੀਂ ਆਪਣਾ ਘਰ ਨਹੀਂ ਵੇਚਿਆ, डिड यू नाट सैल यूअर हाउस, डिड की है हैल्पिंग वर्ब, यू की है सब्जैक्ट, सैल की है वर्ब की पहली फार्म, यूअर हाउस की है साढ़े को ऑब्जेक्ट। की तुसी अपना घर नहीं बेचा, डिड यू नाट सैल यूअर हाउस। हैल्पिंग वर्ब डिड सब तो पहले लगाना है, सब तो पहला आता है क्योंकि वाक प्रश्न वाला है। सब्जेक्ट तो बाद नाट का प्रयोग करना है। डिड का प्रयोग करने तो बाद केवल तो केवल V1 का ही प्रयोग करना है। वाक की अगली किस्म आम तौर पर जो मैं विद्यार्थियों को समझाना वो है W नाल शुरू होने वाले वाक, सेंटेंसिस बिगनिंग विद W। ये रूल्स की ने, क्वेश्चन बिगनिंग विद W नाल शुरू होने वाला प्रश्न, प्लस डिड प्लस सब्जेक्ट प्लस V1 प्लस ऑब्जेक्ट प्लस क्वेश्चन मार्क। हुण इहदे विच एक बार फिर मैं समझा दियाँ कि W नाल शुरू होने वाला प्रश्न सब तो पहले आएगा, उस तो बाद हैल्पिंग वर्ब डिड आएगा, डिड तो बाद सब्जेक्ट आएगा, फिर वर्ब की पहली फॉर्म आएगी, फिर ऑब्जेक्ट आएगा, फिर क्वेश्चन मार्क आएगा। तो इस वाक की इस किस्म ਲਈ स्पैशल नोट है जो विद्यार्थियों ने हमेशा ध्यान में रखना है। जे W नाल शुरू होने वाला प्रश्न नावाचक भी होवे ਤਾਂ सब्जेक्ट तो बाद नाट लगता है। मैं फिर दोहरा दिया कि प्रश्न तो होएगा ही होएगा क्योंकि W नाल शुरू होने वाला है, लेकिन ध्यान रखना है कि प्रश्न के नाल नाल वो नावाचक भी होवे, यानी इंटैरोगेटिव प्लस नैगेटिव भी होवे तो सब्जेक्ट तो बाद नाट लगेगा। जे हू आदि सब्जेक्ट के तौर पर वाक विच होवे तो V2 का प्रयोग किया जाता है, डिड नहीं लगता। ये वाक की उदाहरण अगे आएगी, वो मैं फिर समझा देंगा कि जे हू वाक के अंदर करता के तौर पर मौजूद होवे तो उस वक्त असी वर्ब की दूजी फॉर्म लगानी है, उदों असी डिड का इस्तेमाल नहीं करना। जे वाक विच हू आदि शब्द ऑब्जेक्ट के तौर पर मौजूद होण तो उस वेले असी V1 ते डिड का प्रयोग करना है। W नाल शुरू होने वाला शब्द हमेशा पहला आता है, भावें वो सब्जेक्ट होवे ते चाहे होवे ऑब्जेक्ट। कुछ वाक ऐसे हैं जिन्हां विच किवें कितना इहो जिहे शब्द आते हैं। हाउ, ये हाउ वाले वाक भी असी इस W वाले ग्रुप के अंदर शामिल करके इन्हां दे विच ही नियम रखे गए हैं। कुछ वाक दीआं उदाहरणां असीं लै लईए। सेंटेंसिस बिगनिंग विद W। पहला वाक है दरवाज़ा किसने खड़काया। हुण इस वाक के अंदर जो सब्जेक्ट है, काम करने वाला है, वो है किसने। ऑब्जेक्ट की है दरवाज़ा, जिहदे उत्ते काम हुंदा है। काम किस प्रकार का है, खड़काउणा। हू नॉक्ड एट द डोर, जिवें कि मैं पिछे नोट भी दस्सिया है, जदों हू एज ए सब्जेक्ट होवे तो इत्थे डिड नहीं लगेगा, उस तो बाद सीधी वर्ब की दूजी फॉर्म लग जाएगी। बाकी रूल के मुताबिक आप चलांगे। हू डिड नॉक एट द डोर, दरवाज़ा किसने खड़काया। दूसरा वाक्य तुसी केड़ी किताब खरीदी, विच बुक डिड यू बाय। हुण ये अगर इस वाक नूं ध्यान नाल देखिए, तुसी की है सब्जेक्ट, केड़ी किताब की है ऑब्जेक्ट, काम किहड़ा होया खरीदण दा। तो तिने सानू चीज़ां मिल गई, सब्जेक्ट मिल गया, ऑब्जेक्ट मिल गया और वर्ब मिल गया। तो विच बुक, ये विच बुक सब तो पहले लगेगा,
ਇਹ W ਨਾਲ ਸ਼ੁਰੂ ਹੋਣ ਵਾਲਾ ਸ਼ਬਦ ਕਰਕੇ ਵੀ ਪਹਿਲੇ ਲੱਗੇਗਾ, ਭਾਵੇਂ ਆਬਜੈਕਟ ਹੈ ਲੇਕਿਨ W ਨਾਲ ਸ਼ੁਰੂ ਹੋਣ ਕਰਕੇ ਇਹ ਸਭ ਤੋਂ ਪਹਿਲੇ ਆਏਗਾ। ਉਸ ਤੋਂ ਬਾਅਦ ਲੱਗੇਗਾ ਡਿਡ, ਫਿਰ ਲੱਗੇਗਾ ਸਬਜੈਕਟ, ਫਿਰ ਵਰਬ ਦੀ ਪਹਿਲੀ ਫਾਰਮ। ਹੁਣ ਕਿਉਂਕਿ ਇੱਥੇ ਵਿਚ ਬੁੱਕ ਆਬਜੈਕਟ ਵਜੋਂ ਆਇਆ, ਇਸ ਲਈ ਇਹਦੇ ਵਿੱਚ ਅਸੀਂ V1 ਦਾ ਪ੍ਰਯੋਗ ਕੀਤਾ ਹੈ ਔਰ ਡਿਡ ਦਾ ਪ੍ਰਯੋਗ ਕੀਤਾ ਹੈ। ਅਗਲਾ ਵਾਕ ਹੈ, ਤੁਸੀਂ ਰਾਮ ਦੀ ਕਿਵੇਂ ਮਦਦ ਕੀਤੀ। ਹਾਊ ਡਿਡ ਯੂ ਹੈਲਪ ਰਾਮ। ਹੁਣ ਇਹ ਹਾਊ ਵਾਲਾ ਵਾਕ ਆ ਗਿਆ, ਇਸੇ ਵਰਗ ਵਿੱਚ ਅਸੀਂ ਰੱਖਿਆ ਹੈ ਹਾਊ ਡਿਡ ਯੂ ਹੈਲਪ ਰਾਮ। ਹਾਊ ਤੋਂ ਬਾਅਦ ਡਿਡ ਪਹਿਲੇ ਆਏਗਾ ਪ੍ਰਸ਼ਨ ਹੋਣ ਕਰਕੇ, ਉਸ ਤੋਂ ਬਾਅਦ ਸਬਜੈਕਟ, ਫਿਰ V1, ਫਿਰ ਆਬਜੈਕਟ। ਹਾਊ ਡਿਡ ਯੂ ਹੈਲਪ ਰਾਮ, ਤੁਸੀਂ ਰਾਮ ਦੀ ਮਦਦ ਕਿਵੇਂ ਕੀਤੀ। ਤੁਸੀਂ ਉਸ ਨੂੰ ਮੂਰਖ ਕਿਉਂ ਕਿਹਾ। ਵਾਈ ਡਿਡ ਯੂ ਕਾਲ ਹਿਮ ਏ ਫੂਲ, ਤੁਸੀਂ ਉਸ ਨੂੰ ਮੂਰਖ ਕਿਉਂ ਕਿਹਾ। ਵਾਈ ਡਿਡ ਯੂ ਕਾਲ ਹਿਮ ਏ ਫੂਲ। ਹੁਣ ਵਾਈ ਇਹ ਪਹਿਲੇ ਆਏਗਾ ਕਿਉਂਕਿ W ਨਾਲ ਸ਼ੁਰੂ ਹੋਣ ਵਾਲਾ ਪ੍ਰਸ਼ਨ ਹੈ। ਉਸ ਤੋਂ ਬਾਅਦ ਡਿਡ ਹੈਲਪਿੰਗ ਵਰਬ ਆਏਗਾ, ਫਿਰ ਸਬਜੈਕਟ ਯੂ ਆਏਗਾ, ਕਾਲ ਵਰਬ ਦੀ ਪਹਿਲੀ ਫਾਰਮ, ਔਰ ਹਿਮ ਸਾਡੇ ਕੋਲ ਕੀ ਆ ਗਿਆ, ਆਬਜੈਕਟ। ਇਹ ਫੂਲ ਜੋ ਸ਼ਬਦ ਬਚ ਗਏ ਨੇ ਆਬਜੈਕਟ ਤੋਂ ਬਾਅਦ ਅਸੀਂ ਲਗਾਤੇ, ਵਾਕ ਸਾਡਾ ਬਣ ਗਿਆ ਵਾਈ ਡਿਡ ਯੂ ਕਾਲ ਹਿਮ ਏ ਫੂਲ। ਤੋ ਇਹ ਸਾਰੇ ਕੰਪਲੀਟ ਨਿਯਮ ਮੈਨੇ ਇਹਦੇ ਵਿੱਚ ਦਰਸਾ ਦਿੱਤੇ ਹਨ। ਪਾਸਟ ਇੰਡੈਫੀਨਿਟ ਟੈਂਸ ਵਿੱਚ ਵਾਕ ਦੀਆਂ ਸਾਰੀਆਂ ਕਿਸਮਾਂ ਦੇ ਨਿਯਮ ਸਮਝਾਏ ਜਾ ਚੁੱਕੇ ਹਨ। ਅਫਰਮੇਟਿਵ, ਨੈਗੇਟਿਵ, ਇੰਟੈਰੋਗੇਟਿਵ, ਇੰਟੈਰੋਗੇਟਿਵ ਪਲੱਸ ਨੈਗੇਟਿਵ ਅਤੇ W ਨਾਲ ਸ਼ੁਰੂ ਹੋਣ ਵਾਲੇ ਵਾਕ। ਪਿਆਰੇ ਵਿਦਿਆਰਥੀਓ, ਇਸ ਨੂੰ ਸਮਝਣਾ ਬੜਾ ਆਸਾਨ ਹੈ। ਲੋੜ ਹੈ ਫੋਕਸ ਕਰਨ ਦੀ, ਕੰਸਲਟੇਸ਼ਨ ਬਣਾਉਣ ਦੀ ਔਰ ਇਸ ਦੀ ਦੁਹਰਾਈ ਕਰਨ ਦੀ। ਥੈਂਕ ਯੂ ਵੈਰੀ ਮਚ।